ਸਤਿ ਸ਼੍ਰੀ ਅਕਾਲ, ਮੇਰੀ ਨਾਮ ਧਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਬੁਲਟਨ। ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਤੇ। ਐਜੀਪੀਸੀ ਪ੍ਰਧਾਨ ਲਈ ਉਮੀਦਵਾਰ ਦਾ ਐਲਾਨ, ਹਰਜਿੰਦਰ ਸਿੰਘ ਧਾਮੀ ਹੋਣਗੇ ਅਕਾਲੀ ਦਲ ਦੇ ਉਮੀਦਵਾਰ। ਬੀਬੀ ਜਗੀਰ ਕੌਰ ਨੇ ਚੁੱਕੇ ਸਨ ਸਵਾਲ। ਵਿਧਾਇਕ ਗੁਰਦੇਵ ਮਾਨ ਨੇ ਹਲਕੇ ਦਾ ਕੀਤਾ ਦੌਰਾ, ਬੀਬੀ ਜਗੀਰ ਕੌਰ ਨੂੰ ਲੈ ਕੇ ਦਿੱਤਾ ਬਿਆਨ। ਬੀਬੀ ਬਾਦਲਾਂ ਦੇ ਲਿਫਾਫੇ ਚੋਂ ਨਿਕਲ ਕੇ ਬਣੀ ਸੀ ਪ੍ਰਧਾਨ। ਮੁੜ ਸੁਰਖੀਆਂ 'ਚ ਆਈ ਕੇਂਦਰੀ ਜੇਲ੍ਹ ਫਿਰੋਜ਼ਪੁਰ, ਕੈਦੀ ਤੇ ਹਵਾਲਾਤੀ ਤੋਂ ਮੋਬਾਈਲ ਫੋਨ ਬਰਾਮਦ। ਜੇਲ੍ਹਾਂ ਵਿੱਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ। ਸਾਬਕਾ ਕਪਤਾਨ ਰਿੰਕੀ ਪੌਂਟਿੰਗ ਨੇ ਜਤਾਈ ਉਮੀਦ, 2 ਟੀਮਾਂ ਵਿਚਾਲੇ ਹੋਵੇਗਾ T20 ਵਰਲਡ ਕੱਪ 2022 ਦਾ ਫਾਈਨਲ। ਆਸਟ੍ਰੇਲੀਆ ਨਾਲ ਮੈਲਬੌਰਨ ਕ੍ਰਿਕਟ ਮੈਦਾਨ ਤੇ ਭਿੜੇਗਾ। ਹੁਣ ਖਬਰਾਂ ਵਿਸਥਾਰ ਨਾਲ। ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਚੋਣਾਂ ਨੂੰ ਲੈ ਕੇ ਕਿ ਲਗਾਤਾਰ ਮੁੱਦਾ ਗਰਮਾਇਆ ਸੀ। ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਇਸ ਪੂਰੇ ਮਾਮਲੇ ਤੇ ਸਾਡੇ ਸਹਿਯੋਗੀ ਧਰਮਿੰਦਰ ਸੰਧੂ ਦੇ ਵੱਲੋਂ ਗੁਰਚਰਨ ਸਿੰਘ ਗਰੇਵਾਲ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਅਤੇ ਉਹਨਾਂ ਤੋਂ ਇਸ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਗਰੇਵਾਲ ਸਾਹਿਬ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਇੱਕ ਵਾਰ ਫਿਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਐਸਜੀਪੀਸੀ ਚੋਣਾਂ ਦੇ ਮੱਦੇਨਜ਼ਰ ਪ੍ਰਧਾਨਗੀ ਲਈ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਹਰ ਤਰੀਕੇ ਲੋਕਤੰਤਰ ਜਿਹੜਾ ਵਾ ਉਹ ਮੌਜੂਦ ਹੈ। ਚੋਣ ਵੇਲੇ ਵੀ ਜਦੋਂ ਮੈਂਬਰ ਚੁਣ ਕੇ ਆਉਂਦੇ ਨੇ, ਵੋਟਾਂ ਪੈਂਦੀਆਂ ਨੇ। ਵੋਟਾਂ ਪੈਣ ਤੋਂ ਬਾਅਦ ਜਦੋਂ ਪ੍ਰਧਾਨਗੀ ਦੀ ਹਰ ਸਾਲ ਚੋਣ ਆਉਂਦੀ ਆ, ਤਾਂ ਉਹ ਜਿਹੜੀ ਚੋਣ ਆ ਸਾਰੀ ਮੀਡੀਆ ਦੇ ਸਾਹਮਣੇ ਸਾਰਾ ਜਿਹੜਾ ਓਪਨ ਕੰਮ ਹੁੰਦਾ। ਤਾਂ ਉੱਥੇ ਜਿਹੜੇ ਮੈਂਬਰ ਆ, ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਜਿਹੜੇ ਕਿ ਕਹਿ ਲਓ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਨੇ, ਉਹ ਸਾਰਿਆਂ ਦੀ ਇੱਕ ਰਾਏ ਹੁੰਦੀ ਆ। ਉਹਨਾਂ ਤੋਂ ਵਰਸ਼ਨ ਲਿਆ ਜਾਂਦਾ। ਫਿਰ ਪ੍ਰਧਾਨ, ਚਾਹੇ ਪ੍ਰਧਾਨ ਉਹਨਾਂ ਦਾ ਵਰਸ਼ਨ ਲੈਣ ਜਾਂ ਕੋਈ ਵੀ ਲਵੇ, ਚਲੋ ਸੁਖਬੀਰ ਸਿੰਘ ਬਾਦਲ ਹੋਣਾ ਨੇ ਸਾਰੇ ਪੰਜਾਬ ਦੇ ਇਕੱਲੇ ਮੈਂਬਰ ਨਾਲ ਗੱਲ ਕਰਕੇ ਇੱਕ ਪ੍ਰਪੋਜ਼ਲ ਜਿਹੜੀ ਆ ਫਾਈਨਲ ਤਿਆਰ ਕੀਤੀ ਸੀ। ਤੇ ਉਸ ਗੱਲ ਨੂੰ ਲੈ ਕੇ ਸਾਹਮਣੇ ਆ ਗਈ ਆ। ਤੇ ਇਸ ਗੱਲ ਦੀ ਵਧਾਈ ਆ ਕਿ ਨਾ ਜਿਹੜੀ ਗੱਲ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਲਿਫਾਫੇ ਚੋਂ ਪ੍ਰਧਾਨ ਨਿਕਲੇਗਾ, ਤੇ ਅੱਜ ਤਾਂ ਇਹ ਗੱਲ ਸਬੂਤ ਹੋ ਗਈ ਆ ਕਿ ਕਿੰਨੇ ਦਿਨ, ਹਾਲੇ ਤਾਂ 7 ਦਿਨ ਪਏ ਨੇ, ਤੇ 7 ਦਿਨ 6 ਦਿਨ 7 ਦਿਨ ਪਏ ਆ, ਤੇ ਪ੍ਰਧਾਨ ਐਲਾਨ ਕਰ ਦਿੱਤਾ ਗਿਆ। ਬੀਬੀ ਜਗੀਰ ਕੌਰ ਜੀ ਜਿਹੜੀ ਗੱਲ ਦਾ ਪ੍ਰਚਾਰ ਕਰ ਰਹੇ ਸੀ ਕਿ ਲਿਫਾਫੇ ਚੋਂ ਨਿਕਲਣਾ ਬੰਦ ਹੋ, ਤੇ ਉਹ ਅਕਾਲੀ ਦਲ ਨੇ ਉਸ ਨੂੰ ਅਪਣਾ ਲਿਆ। ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਜਿਹੜਾ ਅਕਾਲੀ ਦਲ ਦਾ ਕੇਡਰ ਸਾਰਾ ਕੰਮ ਕਰਦਾ, ਉਹਨਾਂ ਨੇ ਫੈਸਲਾ ਪ੍ਰਵਾਨ ਕਰ ਲਿਆ। ਤੇ ਮੈਨੂੰ ਲੱਗਦਾ ਕਿ ਬੀਬੀ ਜਗੀਰ ਕੌਰ ਜੀ ਨੂੰ ਇਸ ਗੱਲ ਦੀ ਵਧਾਈ ਜਿਹੜੀ ਜ਼ਰੂਰ ਦੇਣੀ ਚਾਹੀਦੀ ਹੈ, ਕਿਉਂਕਿ ਜਿਹੜੀ ਗੱਲ ਦਾ ਖਦਸ਼ਾ ਪ੍ਰਗਟ ਕਰ ਰਹੇ ਸੀ ਉਸ ਨੂੰ ਉਹਨਾਂ ਨੇ, ਜਿਵੇਂ ਕਹਿ ਦਿੰਦੇ ਆ, ਖਤਮ ਕਰ ਦਿੱਤਾ ਗਿਆ ਤੇ ਐਲਾਨ ਕਰ ਦਿੱਤਾ ਗਿਆ ਧਾਮੀ ਸਾਹਿਬ ਦਾ। ਪਿਛਲਾ ਜਿਹੜਾ ਕਾਰਜਕਾਲ ਆ ਉਹਨਾਂ ਦਾ, ਕਿਉਂਕਿ ਕਰੀਬ 3 ਸਾਲ ਤੋਂ ਇਹ ਸਾਰੇ ਸਿਸਟਮ ਦੇ ਨਾਲ ਜੁੜੇ ਨੇ। ਪਹਿਲਾਂ ਉਹ ਜਨਰਲ ਸੈਕਟਰੀ ਰਹੇ, ਫਿਰ ਉਹ ਚੀਫ ਸੈਕਟਰੀ ਰਹੇ, ਫਿਰ ਉਹ ਹੁਣ ਪ੍ਰਧਾਨ ਰਹੇ। ਸੋ ਚੰਗਾ ਉਹਨਾਂ ਨੇ ਤਾਲਮੇਲ ਬਣਾਇਆ ਸਾਰੇ ਧਿਰਾਂ ਦੇ ਨਾਲ, ਪੰਥ ਦੀਆਂ ਵੱਖ-ਵੱਖ ਧਿਰਾਂ ਦੇ ਨਾਲ ਚੰਗਾ ਤਾਲਮੇਲ ਰਿਹਾ। ਸ਼ਤਾਬਦੀਆਂ ਵਧੀਆ ਬਣਾਈਆਂ ਗਈਆਂ। ਸੋ ਇਹ ਸਾਰੀ ਗੱਲਾਂ ਦੇ ਮੱਦੇਨਜ਼ਰ ਰੱਖ ਕੇ ਸਾਰੇ ਜਿਹੜੇ ਮੈਂਬਰ ਚੰਗਾ ਤਾਲਮੇਲ ਆ। ਸੋ ਜੇ ਗੱਲ ਕਹੀਏ ਵੀ 100/100 ਨੰਬਰ ਰਾਜਨੀਤੀ ਦੇ ਵਿੱਚ ਜਾਂ ਕਿਸੇ ਕੰਮ 'ਚ ਚੱਲਦਿਆਂ ਮਿਲਣਗੇ, ਉਹ ਨਹੀਂ ਮਿਲਦੇ ਹੁੰਦੇ। ਵਿਰੋਧੀ ਧਿਰਾਂ ਕੋਲ ਕੁਛ ਸ਼ਿਕਾਇਤਾਂ ਹੋਣਗੀਆਂ, ਪਰ ਉਹ ਸ਼ਿਕਾਇਤਾਂ ਦੇ ਬਾਵਜੂਦ ਵੀ ਅਸੀਂ ਇਹ ਸਮਝਦੇ ਹਾਂ ਕਿ ਬੜਾ ਚੰਗਾ ਸਫਲ ਕਾਰਜਕਾਲ ਸੀ ਉਹਨਾਂ ਦਾ। ਸੋ ਪਾਰਟੀ ਦੇ ਸਾਰੇ ਮੈਂਬਰਾਂ ਨੇ ਇੱਕ ਚੰਗਾ ਫੈਸਲਾ ਲਿਆ। ਮੈਂ ਵੀ ਇਸ ਗੱਲ ਦੀ ਵਧਾਈ ਤੁਹਾਡੇ ਚੈਨਲ ਰਾਹੀਂ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਦੇਣਾ ਕਿ ਪਾਰਟੀ ਨੇ ਉਹਨਾਂ ਨੂੰ ਆਪਣਾ ਜਿਹੜਾ ਕੈਂਡੀਡੇਟ ਬਣਾਇਆ ਜੀ। ਅੱਛਾ ਗਰੇਵਾਲ ਸਾਹਿਬ, ਬੀਬੀ ਜਗੀਰ ਕੌਰ ਦੇ ਆਵਾਜ਼ ਬੁਲੰਦ ਕਰਨ ਤੋਂ ਬਾਅਦ ਹੀ ਇਹ ਫੈਸਲਾ ਕਿਉਂ ਲਿਆ ਗਿਆ? ਜੇਕਰ ਉਹ ਆਵਾਜ਼ ਨਾ ਬੁਲੰਦ ਕਰਦੇ ਤਾਂ ਸ਼ਾਇਦ ਫਿਰ ਉਸੇ ਤਰ੍ਹਾਂ ਹੀ ਚੋਣ ਹੋਣੀ ਸੀ। ਬਿਲਕੁਲ, ਇਹ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹੋ ਨਾ, ਇਹ ਸਾਡੀ ਨਲਾਇਕੀ ਆ। ਮੈਂ ਉੱਪਰਲੀ ਗੱਲ ਕਰਦਾ ਕਿ ਸਾਡੀ ਨਲਾਇਕੀ ਕਿ ਅਸੀਂ ਇਸ ਗੱਲ ਨੂੰ, ਇਹ ਜਿਹੜਾ ਲਿਫਾਫਾ ਕਲਚਰ ਦਾ ਨਾਮ ਦਿੱਤਾ ਗਿਆ ਸੀ, ਇਹਨੂੰ ਅਸੀਂ ਇਹਦੇ ਸਹੀ ਅਰਥ ਨਹੀਂ ਦੱਸ ਸਕੇ। ਜਦੋਂ ਕਿ ਪਹਿਲਾਂ ਵੀ ਲਿਫਾਫਾ ਕੋਈ ਨਹੀਂ ਗਾ। ਮੈਂਬਰ ਜਿਹੜੇ ਆ, ਸਾਰੇ ਮੈਂਬਰਾਂ ਦੀ ਇੱਕ ਰਾਏ ਹੁੰਦੀ ਆ, ਕਲੈਕਟਿਵਲੀ ਰਾਏ ਕੀਤੀ ਜਾਂਦੀ ਆ। ਦੇਖੋ ਏਡੇ ਵੱਡਾ 150 ਦੇ ਕਰੀਬ ਮੈਂਬਰ ਆ, ਉਹ ਸਾਰੇ ਮੈਂਬਰਾਂ ਦੀ ਇੱਕ ਰਾਏ ਤਾਂ ਬਣਾਉਣੀ ਪੈਂਦੀ ਆ ਨਾ ਜੀ, ਵਿਚਾਰ ਕਰਨਾ ਪੈਂਦਾ। ਤੇ ਉਹ ਵਿਚਾਰ ਕਰਨ ਨੂੰ ਇਹ ਲਿਫਾਫਾ ਕਲਚਰ ਕਹਿੰਦੇ ਆ। ਬੀਬੀ ਜੀ ਪਹਿਲਾਂ ਕਹਿੰਦੇ ਸੀ ਮੈਨੂੰ ਤਾਂ ਪਤਾ ਨਹੀਂ ਸੀ, ਉਹਦਾ ਮੌਕੇ ਤੇ ਪਤਾ ਲੱਗਾ ਸੀ। ਹੁਣ ਕੱਲ ਪਰਸੋਂ ਬੀਬੀ ਜੀ ਨੇ ਜਿਹੜੀ ਇੰਟਰਵਿਊ ਦਿੱਤੀ ਆ, ਉਹ ਕਹਿੰਦੇ ਇੱਕ ਦਿਨ ਪਹਿਲਾਂ ਮੈਨੂੰ ਬਾਦਲ ਸਾਹਿਬ ਨੇ ਕਹਿਤਾ ਸੀ। ਉਹ ਗੱਲਾਂ ਵੇਖੋ ਪਹਿਲਾਂ ਕੀਤੀਆਂ ਜਾਂਦੀਆਂ, ਸਾਰਾ ਕੁਝ ਹੁੰਦਾ। ਪਰ ਕੀ ਆ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਇਹ ਜਿਹੜਾ ਤੰਤਰ ਹੈ, ਇਹ ਇੱਕ ਕਲੈਕਟਿਵ ਜਿਹੜਾ ਫੈਸਲਾ ਵਾ, ਉਹਦੇ ਲਈ ਇੱਕ ਮੈਨੇਜਮੈਂਟ ਹੁੰਦੀ ਆ। ਸੋ ਮੈਨੇਜਮੈਂਟ ਆ, ਉਹਨੂੰ ਵਿਰੋਧੀ ਧਿਰਾਂ ਜਿਹੜੀਆਂ ਵਾ, ਉਹ ਜਾਂ ਜਿਹੜੀਆਂ ਸਾਡੀਆਂ ਖਿਲਾਫਤ ਆ, ਉਹਨੂੰ ਲਿਫਾਫਾ ਕਲਚਰ ਕਹਿ ਦਿੰਦੀਆਂ। ਹੁਣ ਮੈਨੂੰ ਦੱਸੋ ਕਿ ਪਾਰਟੀ ਦੇ ਪ੍ਰਧਾਨ ਨੇ ਮੰਨ ਲਓ ਕਹਿ ਲਓ ਵਿੱਚ ਭੇਜਤਾ ਵੀ ਇਹਨੂੰ ਜਿਹੜਾ ਕਲੈਕਟਿਵਲੀ ਸਾਡਾ ਫੈਸਲਾ ਹੋਇਆ, ਤੇ ਉਸ ਤੋਂ ਬਾਅਦ ਇਹ ਲਿਫਾਫਾ ਕਲਚਰ ਕਿਵੇਂ ਹੋ ਗਿਆ, ਥੋਪਿਆ ਕਿੱਦਾਂ ਗਿਆ? ਉਦੋਂ ਬਾਅਦ ਵੋਟਾਂ ਪੈਂਦੀਆਂ, ਬੈਲਟ ਪੇਪਰ ਰਾਹੀਂ ਵੋਟ ਪੈਂਦੀ ਆ, ਤੇ ਕੋਈ ਮੈਂਬਰ ਕਿਤੇ ਵੀ ਪਾ ਸਕਦਾ। ਇਸ ਕਰਕੇ ਇਹਨੂੰ ਥੋਪਣਾ ਜਾਂ ਕੋਈ ਡਿਕਟੇਟਰਸ਼ਿਪ ਨਹੀਂ ਹੈਗੀ। ਇਹ ਬਿਲਕੁਲ ਇੱਕ ਡੈਮੋਕ੍ਰੈਟਿਕ ਸਿਸਟਮ ਹੈ।
ਤੇ ਪਹਿਲਾਂ ਵੀ ਸੀਗਾ ਤੇ ਹੁਣ ਜਿਹੜੀ ਗੱਲ ਦਾ ਕੋਈ ਮਾੜਾ ਮੋਟਾ ਇਤਰਾਜ਼ ਸੀਗਾ ਉਹਨੂੰ ਵੀ ਕਲੀਅਰ ਕਰਤਾ ਕਿ ਚੰਗੀ ਗੱਲ ਆ। ਮੈਨੂੰ ਲੱਗਦਾ ਬੀਬੀ ਜੀ ਨੂੰ ਇਸ ਫੈਸਲੇ ਦੇ ਨਾਲ ਸਹਿਮਤ ਵੀ ਹੋਣਾ ਚਾਹੀਦਾ। ਗੱਲ ਕਰਾਂਗੇ ਪਰਾਲੀ ਦੇ ਮੁੱਦੇ ਨੂੰ ਲੈ ਕੇ ਕਿ ਪਰਾਲੀ ਦਾ ਮੁੱਦਾ ਵੀ ਲਗਾਤਾਰ ਗਰਮਾਉਂਦਾ ਜਾ ਰਿਹਾ, ਜਿਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪਰਾਲੀ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਗਈ। दिल्ली में हवा काफ़ी ख़राब हो गई है, प्रदूषण काफ़ी ज़्यादा हो गया है, लोगों को सांस लेने में दिक्कत हो रही है। इसके कई सारे पहलू हैं। मैं सबसे पहले आप लोगों के साथ शेयर करना चाहता हूं कि ये समस्या केवल दिल्ली की नहीं है, ये पूरे नॉर्दर्न इंडिया की समस्या है। पूरे उत्तर भारत में दिल्ली, चरखी दादरी, रोहतक, भिवानी, गुड़गांव, बहादुरगढ़, जींद, मानेसर, नोएडा, ग्रेटर नोएडा, गाज़ियाबाद और राजस्थान में भिवाड़ी, इन सभी शहरों में हवा सीवियर कैटेगरी में है। जितनी ख़राब दिल्ली में उतनी ख़राब इन सभी शहरों में है। इसके अलावा धारूहेड़ा, कैथल, बल्लभगढ़, पानीपत, फरीदाबाद, सोनीपत, नारनौल, कुरुक्षेत्र, बागपत, मेरठ, कानपुर और बिहार में मोतिहारी, बेतिया, कटिहार, इनमें वेरी पुअर कैटेगरी में है। तो ये समस्या पूरे उत्तर भारत की समस्या है प्रदूषण की, और जाहिर तौर पे इसमें केवल आम आदमी पार्टी इसकी जिम्मेदार नहीं है, केवल केजरीवाल इसका जिम्मेदार नहीं है, केवल दिल्ली और पंजाब की सरकारें इसकी जिम्मेदार नहीं है। इसके कई सारे कारण हैं। पंजाब में और दिल्ली में हमारी सरकार है। ये वक्त फिंगर पॉइंटिंग का नहीं है, ब्लेम गेम का नहीं है, एक दूसरे को गाली देने का नहीं है, इतने सेंसिटिव मुद्दे पे राजनीति करने का नहीं है। उससे समाधान नहीं निकलता। हम करते रहे राजनीति, वो कहते रहे केजरीवाल जिम्मेदार है, हम कहते रहे वो जिम्मेदार है, इससे कोई समाधान तो नहीं निकलता। जनता को इससे फ़ायदा तो नहीं होता। जनता को तो समाधान चाहिए। पंजाब में पराली जल रही है, हम मानते हैं पंजाब में पराली जल रही है, इसके लिए किसान जिम्मेदार नहीं है। किसानों को समाधान चाहिए। किसानों को जिस दिन समाधान मिल जाएगा वो पराली जलाना बंद कर देंगे। जैसा कि अरविंद केजरीवाल जी ने बोला, ये नॉर्थ इंडिया की प्रॉब्लम है। किसान खुद भी पराली नहीं जलानी चाहता, लेकिन क्योंकि अगली फसल और धान और गेहूं की फसल में सिर्फ और सिर्फ 10-12 दिन का गैप है, तो वो 10-12 दिन में अपने खेत से पराली को कहीं इधर उधर भी नहीं कर सकता, तो उसके पास माचिस की तीली है बस। हमने 1,20,000 के आसपास जो मशीनें दी, जो पराली को बीच में ही, ज़मीन के बीच में ही खपत कर देती हैं। पीएयू ने एक ऐप बनाई, जैसे आप ऊबर ओला की कैब ऐप देखते हो कि आप उस पर अगर टच करते हो तो आपको आपके रीजन में 2-3 किलोमीटर की रेंज में जितने भी मशीनें अवेलेबल हैं, ट्रैक्टर अवेलेबल हैं, आप वहाँ जाके कॉन्टैक्ट नंबर सहित उसमें आ जाते हैं। हमने गुरुद्वारा साहब जो गांव में हैं वहाँ पे बार बार हमने वहाँ गुरुद्वारा साहब में अनाउंसमेंट्स करवाई कि पवन गुरु पानी पिता माता तरत महत। गुरु नानक साहब ने पवन को गुरु का दर्जा, पानी को पिता का दर्जा और धरती को माता का दर्जा दिया। ये तीनों दर्जे हमने कायम रखने हैं। इसके अलावा भी हमने बहुत सी पंचायतों को इनकरेज किया। मेरे पास आंकड़े हैं कि 124 गांव, 120 गांव, 93 गांव उन्होंने इकट्ठे होके अपनी अपनी पंचायत बुला के ये मता पास किया ग्राम पंचायत ग्राम सभा में कि हम लोग पराली नहीं जलाएंगे। ਗੱਲ ਕਰਾਂਗੇ ਨਾਭਾ ਦੀ। ਨਾਭਾ ਦੇ ਵਿੱਚ ਸੁਰਜੀਤ ਸਿੰਘ ਰੱਖੜਾ ਦੇ ਨਾਲ ਸਾਡੇ ਸਹਿਯੋਗੀ ਦੇ ਵੱਲੋਂ ਖਾਸ ਇੰਟਰਵਿਊ ਕੀਤੀ ਗਈ ਅਤੇ ਬੀਬੀ ਜਗੀਰ ਕੌਰ ਦੇ ਵੱਲੋਂ ਜੋ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਲਿਫਾਫਾ ਸਿਸਟਮ ਖਤਮ ਕੀਤਾ ਜਾਵੇਗਾ ਅਤੇ ਬੀਬੀ ਜਗੀਰ ਕੌਰ ਦੇ ਨਾਲ ਜੋ ਮੁਲਾਕਾਤ ਕੀਤੀ ਗਈ ਉਸ ਬਾਰੇ ਗੱਲਬਾਤ ਕੀਤੀ ਗਈ। ਦੇਖੋ ਇਹ ਖਾਸ ਰਿਪੋਰਟ। ਬੀਬੀ ਜਗੀਰ ਕੌਰ ਸਾਧ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਧ ਨੇੜੇ ਰਹੇ ਨੇ। 4 ਵਾਰ ਉਹ ਪ੍ਰਧਾਨ ਰਹੇ ਸ਼੍ਰੋਮਣੀ ਕਮੇਟੀ ਦੇ। ਪਾਰਟੀ ਦੇ ਵਿੱਚ
ਕੈਬਨਿਟ ਮਿਨਿਸਟਰ ਵੀ ਰਹੇ ਨੇ, MLA ਵੀ ਰਹੇ ਨੇ। ਇਹ ਹਾਲਾਤ ਦੀ ਸਮਝ ਨਹੀਂ ਆਈ ਵੀ ਗੱਲ ਕੀ ਹੋਈ ਹੈ ਕੀ ਨਹੀਂ। ਇਹ ਹਾਲ ਤੱਕ ਸਰ ਸੁਖਬੀਰ ਸਿੰਘ ਬਾਦਲ ਨੇ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਤੇ ਡਾਕਟਰ ਚੀਮਾ ਸਾਹਿਬ ਦੀ ਡਿਊਟੀ ਵੀ ਲਾਈ ਸੀ ਕਿ ਵੀ ਤੁਸੀਂ ਜਾ ਕੇ ਆਓ, ਗੱਲ ਕਰਕੇ ਆਓ ਜੀ। ਅਸੀਂ ਉੱਥੇ ਗਏ ਵੀ ਸੀ, 2-3 ਘੰਟੇ ਅਸੀਂ ਲਾਏ ਸੀ ਜੀ। ਤੇ ਉੱਥੇ ਉਦੋਂ ਤਾਂ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਮੈਂ ਆਪਣੇ ਪਰਿਵਾਰ ਨਾਲ ਸਲਾਹ ਕਰ ਲਾਂ, ਫਿਰ ਮੈਂ ਤੁਹਾਨੂੰ ਕਨਵੇ ਕਰਨਾ ਜੀ। ਕੱਲ੍ਹ ਸਾਡੀ ਕੋਰ ਕਮੇਟੀ ਦੀ ਮੀਟਿੰਗ ਵੀ ਸੀ, ਉਸ ਵਕਤ ਤਾਂ ਮੈਂ ਸੀਗਾ, ਉਦੋਂ ਤਾਂ ਐਡੀ ਕੋਈ ਗੱਲ ਨਹੀਂ ਸੀ ਚੱਲੀ। ਉਹ ਤੋਂ ਬਾਅਦ ਹੀ ਕੁਛ ਹੋਇਆ ਹੈ ਕਿ ਵੀ ਜਦੋਂ ਅਸੀਂ ਆ ਗਏ ਸੀ, ਉਹ ਤੋਂ ਬਾਅਦ ਦੇ ਵਿੱਚ ਆਹ ਭਾਣਾ ਵਰਤ ਗਿਆ। ਇਹਦਾ ਹੁਣ ਹਾਲਾਤ ਕੀ ਹੋਏ ਨੇ ਇਹਦਾ ਮੈਨੂੰ ਬਹੁਤਾ ਪਤਾ ਨਹੀਂ ਜੀ। ਓਕੇ, ਨਹੀਂ ਜਿਹੜਾ ਬੀਬੀ ਜਗੀਰ ਕੌਰ ਜਿਹੜੇ ਪਹਿਲਾਂ ਵੀ ਦੋਸ਼ ਲੱਗਦੇ ਆਏ ਨੇ ਕਿ ਇੱਕ ਲਿਫਾਫਾ ਆਉਂਦਾ ਬਾਦਲ ਪਰਿਵਾਰ ਵੱਲੋਂ ਅਤੇ ਉਹ ਇੱਕ ਜਾਣੇ ਦਾ ਨਾਮ ਹੈ ਜਿਹੜਾ ਵੀ ਲਿਫਾਫਿਆਂ 'ਚੋਂ ਪ੍ਰਧਾਨ ਨਿਕਲਦੇ ਨੇ। ਤੁਸੀਂ ਸੀਨੀਅਰ ਲੀਡਰ ਹੋ ਅਕਾਲੀ ਦਲ ਦੇ, ਹਾਲਾਂਕਿ ਦੇਖੋ ਇਹ ਪੰਜਾਬ ਦੇ ਵਿੱਚ ਗਰਾਊਂਡ 'ਤੇ ਵੀ ਇਹ ਚਰਚਾਵਾਂ ਨੇ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਲਿਫਾਫਾ ਕਲਚਰ ਹੈ ਜਿਹੜਾ, ਕੋਈ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਕਿ ਨਹੀਂ ਹੈਗੀ ਜੀ, ਕੀ ਲੱਗਦਾ ਤੁਹਾਨੂੰ? ਨਹੀਂ ਦੇਖੋ, ਇਹ ਇਸ ਗੱਲ ਨਾਲ ਤਾਂ ਮੈਂ ਬਹੁਤਾ ਸਹਿਮਤ ਹਾਂ, ਕਿਉਂਕਿ ਜਿੰਨਾ ਚਿਰ ਕਿਸੇ ਪਾਰਟੀ 'ਚ ਡਿਸਪਲਿਨ ਨਾ ਹੋਵੇ, ਸਾਰੇ ਮੈਂਬਰਾਂ ਨੂੰ ਬੁਲਾਇਆ ਜਾਂਦਾ, ਇਕੱਲੇ ਇਕੱਲੇ ਉਹਨੂੰ ਪੁੱਛਿਆ ਜਾਂਦਾ, ਉਹਨੇ ਸਲਾਹ ਲੈ ਕੇ ਸਾਰੇ ਅਧਿਕਾਰ ਦਿੰਦੇ ਨੇ ਪ੍ਰਧਾਨ ਨੂੰ ਵੀ ਤੁਸੀਂ ਚਾਹੇ। ਉਹ ਫਿਰ ਇੱਕ ਬੰਦੇ ਦਾ ਨਾਂ ਦੇ ਦਿੰਦੇ ਨੇ ਜੀ। ਜੇ ਆਪਾਂ ਇੱਕ ਬੰਦਾ ਨਾਂ ਨਾ ਦੀ ਆਪਾਂ ਖੁੱਲ੍ਹੀ ਗੇਮ ਕਰ ਦਈਏ ਫਿਰ ਤਾਂ ਮੇਰਾ ਖਿਆਲ ਬਣ ਹੀ ਨਹੀਂ ਸਕਦਾ, ਫਿਰ ਤਾਂ ਲੜਾਈ ਝਗੜੇ ਹੋ ਜਾਣਗੇ ਉੱਥੇ ਜੀ। ਇਹ ਇੱਕ ਮੈਂ ਸਮਝਦਾ ਵੀ ਡਿਸਿਪਲਿਨ ਦੀ ਗੱਲ ਹੈ ਪਾਰਟੀ ਦੇ ਵਿੱਚ ਕਿ ਸਾਰੀ ਪਾਰਟੀ ਇਕੱਠੇ ਹੋ ਕੇ, ਕਦੇ ਕਿਸੇ ਨੇ ਵਿਰੋਧ ਤਾਂ ਨਹੀਂ ਕੀਤਾ ਉਸ ਗੱਲ ਦਾ ਜੀ, ਕਿੰਨਾ ਚਿਰ ਹੋ ਗਿਆ ਵਿਰੋਧ ਨਹੀਂ ਕੀਤਾ। ਅਤੇ ਮੇਰੇ ਖਿਆਲ ਤਾਂ ਇਹ ਪ੍ਰਥਾ ਕੋਈ ਮਾੜੀ ਨਹੀਂ ਗਈ, ਪਰ ਲੋਕਾਂ ਦੇ ਵਿੱਚ ਇੱਕ ਜ਼ਰੂਰ ਇਹ ਗੱਲ ਵੜ ਗਈ, ਹਰ ਬੰਦੇ ਜਿਹਦੇ ਮਰਜ਼ੀ ਗੱਲ ਕਰ ਲਓ, ਲਿਫਾਫਾ ਕਲਚਰ ਹਰ ਬੰਦੇ ਦੇ ਦਿਮਾਗ ਦੇ ਵਿੱਚ ਖੜ੍ਹੇ। ਇਹ ਕੱਢਣ ਵਾਲੀ ਗੱਲ ਹੈ, ਲੋਕਾਂ ਦੇ ਦਿਮਾਗ ਦੇ ਵਿੱਚੋਂ ਕੱਢਣ ਵਾਲੀ ਗੱਲ ਹੈ ਕਿ ਵੀ ਨਹੀਂ ਇੱਦਾਂ ਨਹੀਂ ਹੁੰਦਾ ਅਤੇ ਆਹ ਗੱਲ ਤਾਂ ਐਂ ਹੁੰਦੀ ਹੈ। ਦੇਖੋ ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ, ਮੈਂ ਇਸ ਗੱਲ ਦੇ ਹੱਕ 'ਚ ਹੈਗਾ ਕਿ ਇੱਕ ਬੰਦੇ ਦਾ ਵੀ ਪਾਰਟੀ ਤੋਂ ਬਾਹਰ ਜਾਣਾ ਨੁਕਸਾਨ ਤਾਂ ਹੁੰਦਾ ਹੀ ਹੈ। ਇਹ ਆਪਾਂ ਇਹ ਨਹੀਂ ਕਹਿੰਦੇ ਜੇ ਮੈਂ ਕਹਾਂ ਕਿ ਨਹੀਂ ਜੀ ਉਹਦੇ ਜਾਣ ਨਾਲ ਕੀ ਫਰਕ ਪਊਗਾ, ਇਹ ਤਾਂ ਐਵੇਂ ਉਹਦੀ ਗੱਲ ਹੈ। ਇੱਕ ਬੰਦਾ ਵੀ ਪਾਰਟੀ ਤੋਂ ਬਾਹਰ ਜਾਣਾ, ਪਹਿਲਾਂ ਅਸੀਂ ਤਾਂ ਪਹਿਲੇ ਹਾਸ਼ੇ 'ਤੇ ਆਏ ਹੋਏ ਹਾਂ, ਪਹਿਲੇ ਥੱਲੇ ਆਏ ਹੋਏ ਹਾਂ। ਜੇ ਇੱਕ ਬੰਦਾ ਸਾਡਾ ਹੋਰ ਚਲਿਆ ਗਿਆ ਉਹਦੇ ਨਾਲ ਫਿਰ ਅਸੀਂ ਹੋਰ ਪਿੱਛੇ ਜਾਵਾਂਗੇ। ਸੋ ਕੋਸ਼ਿਸ਼ ਤਾਂ ਸਾਡੀ ਤਾਂ ਇਹੀ ਸੀ, ਕੋਸ਼ਿਸ਼ ਕਿ ਵੀ ਕਿਵੇਂ ਨਾ ਕਿਵੇਂ ਮਨਾਓ ਉਹਨੂੰ, ਕਿ ਉਹਨਾਂ ਨੂੰ ਆਪਾਂ ਪਾਰਟੀ ਇੱਕ ਕੈਂਡੀਡੇਟ ਹੋਵੇ, ਨਹੀਂ ਸੀ ਹੋਣੀ ਚਾਹੀਦੀ। ਇਹ ਗੱਲ ਜਿਹੜੀ ਹੋ ਰਹੀ ਹੈ ਸਾਡੀ ਪਾਰਟੀ ਦੇ ਲਈ ਬਹੁਤ ਘਾਤਕ ਹੈ, ਬਹੁਤ ਮਾੜੀ ਗੱਲ ਹੈ। ਗੱਲ ਕਰਾਂਗੇ ਨਾਭਾ ਦੀ। ਨਾਭਾ ਦੇ ਵਿੱਚ ਵਿਧਾਇਕ ਗੁਰਦੇਵ ਮਾਨ ਦੇ ਵੱਲੋਂ ਹਲਕੇ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਬੀਬੀ ਜਗੀਰ ਕੌਰ ਦੇ ਬਿਆਨ ਦੇ ਉੱਤੇ ਪ੍ਰਤੀਕਰਮ ਦਿੱਤਾ, ਜਿਸ ਦੇ ਵਿੱਚ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਿਫਾਫਾ ਸਿਸਟਮ ਖਤਮ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਦੇਵ ਮਾਨ ਦਾ ਕਹਿਣਾ ਹੈ ਕਿ ਬੀਬੀ ਖੁਦ ਹੀ ਲਿਫਾਫੇ ਦੇ ਵਿੱਚੋਂ ਨਿਕਲ ਕੇ ਪ੍ਰਧਾਨ ਬਣੇ ਸੀ। ਹਲਕਾ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਹਲਕੇ ਦਾ ਦੌਰਾ ਕੀਤਾ ਹੈ ਅਤੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਵੰਡੀਆਂ। ਵਿਧਾਇਕ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਗ੍ਰਾਂਟਾਂ ਦੀ ਸਹੀ ਵਰਤੋਂ ਕੀਤੀ ਜਾਵੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਅਕਾਲੀ ਦਲ ਤੇ ਤੰਜ ਕੱਸਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਵੀ ਬਾਦਲਾਂ ਦੇ ਲਿਫਾਫੇ ਦੇ ਵਿੱਚੋਂ ਨਿਕਲ ਕੇ ਹੀ ਪ੍ਰਧਾਨ ਬਣੀ ਸੀ। ਅੱਜ ਮੈਂ ਕਾਫੀ ਪਿੰਡਾਂ ਦਾ ਜਿਹੜਾ ਜੀ ਦੌਰਾ ਚੱਲ ਰਿਹਾ ਔਰ ਇਹਦੇ ਵਿੱਚੋਂ ਜਿਹੜੀ ਗ੍ਰਾਂਟ ਹੈ ਜੀ ਉਹ ਵੰਡੀ ਜਾ ਰਹੀ ਹੈ। ਇਹ ਗ੍ਰਾਂਟ ਪੰਜਾਬ ਸਰਕਾਰ ਦੀ ਹੈ, ਸੈਂਟਰ ਸਰਕਾਰ ਦੀ ਹੈ, ਪਰ ਇਹ ਸਾਡਾ ਪੈਸਾ ਹੈ ਜੀ ਔਰ ਘੁੰਮ ਕੇ ਸਾਡੇ ਕੋਲ ਹੀ ਆ ਰਿਹਾ। ਅਸੀਂ ਇਮਾਨਦਾਰੀ ਨਾਲ ਉਹ ਪੈਸਾ ਜਿਹੜਾ ਹਰੇਕ ਪਿੰਡ ਦੇ ਵਿੱਚ ਕਿਤੇ ਸੀਵਰੇਜ ਲਈ ਆਇਆ, ਕਿਤੇ ਬੋਰਵੈਲ ਲਈ ਆਇਆ, ਕਿਤੇ ਕੋਈ ਛੱਪੜ ਲਈ ਆਇਆ, ਜਿਵੇਂ ਜਿਹੜੀ ਵੀ ਕੈਟਾਗਰੀ ਲਈ ਆਇਆ, ਜਿਸ ਦੀ ਰਿਕੁਆਇਰਮੈਂਟ ਸੀਗੀ ਉਹ ਪੈਸਾ ਅਸੀਂ ਜਿਹੜਾ ਦੇ ਰਹੇ ਹਾਂ। ਇਸ ਵਕਤ ਮੈਂ ਇਸ ਪਿੰਡ ਦੇ ਵਿੱਚ ਹਾਂ। ਅੱਜ 10 ਪਿੰਡਾਂ ਦਾ ਟੂਰ ਹੈ ਜੀ ਔਰ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਕਰੀਬਨ 50 ਦੇ ਆਸ-ਪਾਸ ਪਿੰਡ ਜਿਹੜੇ ਆ ਉਹ ਕਵਰ ਕਰ ਲੈਣੇ। ਪਹਿਲਾਂ ਫਰਕ ਇਹ ਹੈ ਜੀ, ਪਹਿਲਾਂ ਗ੍ਰਾਂਟ ਆਉਂਦੀ ਸੀ ਔਰ ਕਿੱਥੇ ਲੱਗਦੀ ਸੀ ਕੋਈ ਹਿਸਾਬ ਕਿਤਾਬ ਨਹੀਂ। RTI ਲਾਉਂਦੇ ਆ ਜੀ, ਕੋਈ ਜਵਾਬ ਨਹੀਂ ਮਿਲਦਾ ਪ੍ਰੋਪਰ। ਅਸੀਂ ਇੱਕ ਨਾਭਾ ਵਿਧਾਨ ਸਭਾ 'ਚ ਇੱਕ ਵੱਖਰੀ ਪਹਿਲ ਕਰ ਰਹੇ ਹਾਂ। ਅਸੀਂ ਇੱਕ ਪੋਰਟਲ ਤਿਆਰ ਕਰ ਰਹੇ ਹਾਂ ਹਰੇਕ ਪਿੰਡ ਦਾ। ਹਰੇਕ ਪਿੰਡ ਦੇ ਵਿੱਚ ਪਿੰਡ ਦਾ ਪੋਰਟਲ ਬਣੇਗਾ ਔਰ ਕੋਈ ਵੀ ਬੰਦਾ ਉਹਦੇ ਕਲਿੱਕ ਕਰਕੇ ਉੱਥੋਂ ਰਿਕਾਰਡ ਲੈ ਸਕਦਾ। ਅਗਰ ਕੋਈ ਡਿਵੈਲਪਮੈਂਟ ਕੋਈ ਵੀ ਹੋ ਰਹੀ ਹੈ, ਉਹਦਾ ਬਿੱਲ, ਮਿਸਤਰੀ ਨੂੰ ਕਿੰਨੇ ਪੈਸੇ ਗਏ, ਕਿੱਥੋਂ ਰੇਤਾ ਹੈ, ਕਿੱਥੋਂ ਸੀਮੈਂਟ ਆਇਆ, ਪ੍ਰੋਪਰ ਉਹਦਾ ਬਿਲਿੰਗ ਜਿਹੜੀ ਹੈ ਆਨਲਾਈਨ ਪਈ ਹੋਗੀ। ਤੁਸੀਂ ਜਦੋਂ ਮਰਜ਼ੀ ਆਨਲਾਈਨ ਜਾ ਕੇ ਉਹਦਾ ਪ੍ਰਿੰਟ ਆਊਟ ਲੈ ਸਕਦੇ ਹੋ। ਸੋ ਇਹ ਇੱਕ ਵੱਖਰੀ ਸ਼ੁਰੂਆਤ ਅਸੀਂ ਕੀਤੀ ਹੈ। ਅਤੇ ਇੱਕ ਜਿਹੜਾ ਅੱਗੇ ਕਮਿਸ਼ਨ ਬੇਸਿਸ ਕੰਮ ਚੱਲਦਾ ਹੁੰਦਾ ਸੀ, ਅਸੀਂ ਉਹ ਬੰਦ ਕਰਤਾ। ਅਸੀਂ ਹੁਣ ਜਿੰਨਾ ਵੀ ਪੈਸਾ ਆਏਗਾ ਉਹਦੀ ਅਕਾਊਂਟੇਬਿਲਿਟੀ ਇਕੱਲੀ ਸਰਪੰਚ ਸਾਹਿਬ ਜਿਹੜੇ ਨੇ ਕਿਸੇ ਵੀ ਪਾਰਟੀ ਦੇ ਨੇ, ਅਕਾਲੀ, ਕਾਂਗਰਸੀ, ABC ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਦੀ ਅਕਾਊਂਟੇਬਿਲਿਟੀ ਹੈ ਕਿ ਉਹਨਾਂ ਨੇ ਜਵਾਬਦੇਹ ਹੋਣਾ ਉਸ ਕੰਮ ਲਈ। ਔਰ ਜਿਹੜੀ ਬਾਕੀ ਸਾਡੀ ਟੀਮ ਆਮ ਪਾਰਟੀ ਦੀ ਉਹਦੀ ਨਿਗਰਾਨੀ ਰੱਖੇਗੀ। ਇੱਕ ਪੈਸਾ ਜਿਹੜਾ ਲੋਕਾਂ ਦਾ, ਕਿਉਂਕਿ ਲੋਕਾਂ ਦਾ ਹੀ ਪੈਸਾ, ਇਹ ਸਰਕਾਰ ਦਾ ਨਹੀਂ ਜੀ, ਲੋਕਾਂ ਦਾ ਹੀ ਪੈਸਾ ਲੋਕਾਂ ਦੀ ਇਮਾਨਦਾਰੀ ਨਾਲ ਲੱਗ ਸਕੇ। 75-76 ਸਾਲਾਂ ਦੇ ਵਿੱਚ ਜਿਹੜਾ ਨਾਲੀਆਂ ਤੇ ਕੰਮ ਖੜਾ ਹੈ ਜੀ, ਗਲੀਆਂ ਦੇ ਕੰਮ ਖੜਾ ਜੀ, ਸੀਵਰੇਜ ਦੇ ਕੰਮ ਖੜਾ, ਛੱਪੜਾਂ ਦੇ ਕੰਮ ਖੜਾ, ਉਹ ਬੰਦ ਕਰਕੇ ਅਸੀਂ ਪਰਮਾਨੈਂਟ ਹੱਲ ਕਰਨ ਜਾ ਰਹੇ ਹਾਂ ਤਾਂ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਗਲੀਆਂ ਨਾਲੀਆਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਸਕੂਲਾਂ ਦੀ, ਹਸਪਤਾਲਾਂ ਦੀ,
ਔਰ ਚੰਗੇ ਵਾਤਾਵਰਣ ਦੀ, ਚੰਗੀਆਂ ਸੜਕਾਂ ਦੀ, ਰੁਜ਼ਗਾਰ ਦੀ ਗੱਲ ਕਰ ਸਕੀਏ। ਇਹ ਬੀਬੀ ਵੀ ਤਾਂ ਉੱਥੋਂ ਨਿਕਲਦੀ ਰਹੀ ਹੈ ਲਿਫਾਫਿਆਂ 'ਚੋਂ। ਜਿਹੜੀ ਅੱਜ ਬੀਬੀ ਕਹਿੰਦੀ ਆ, ਮੈਂ ਕਿਸੇ ਦਾ ਪੜ੍ਹ ਰਹੇ 'ਚ ਕਮੈਂਟ ਕਹਿੰਦੇ ਵੀ ਜਿਹੜੇ ਕਹਿੰਦੇ ਵੀ ਲਿਫਾਫਿਆਂ 'ਚੋਂ ਨਿਕਲਦੇ ਰਿਹਾ ਪ੍ਰਧਾਨ, ਬਈ ਅੱਗੇ ਜਿਹੜੇ ਹੁਣ ਪ੍ਰਧਾਨ ਹੈ ਵੀ ਤਾਂ ਲਿਫਾਫੇ ਉਹਨਾਂ ਦੇ ਵਿੱਚੋਂ ਨਿਕਲੇ ਸੀਗੇ, ਉਦੋਂ ਖਾਣ ਨੂੰ ਮਿਲਦਾ ਸੀ, ਉਦੋਂ ਬੀਬੀ ਜੀ ਕੁਛ ਬੋਲੇ ਨਹੀਂ। ਹੁਣ ਬੀਬੀ ਜੀ ਨੂੰ ਮੈਨੂੰ ਲੱਗਦਾ ਬੀਜੇਪੀ ਵਾਲੇ ਨੇ ਸਵੇਰੇ ਕਿਤੇ ਮਿਲ ਲਏ, ਹੁਣ ਬੀਬੀ ਜੀ ਹੁਣ ਆਪਣੇ ਉਹ ਦਿਖਾਉਣ ਲੱਗ ਗਏ। ਇਹ ਸਾਰਾ ਟੋਲਾ ਹੀ ਇੱਦਾਂ ਦਾ ਜੀ, ਕਿਉਂਕਿ ਇਹਨਾਂ ਦਾ ਮਕਸਦ ਹੈ, ਦੇਖੋ ਗੁਰੂ ਘਰ ਦਾ ਪੈਸਾ, SGPC ਦੇ ਪ੍ਰਧਾਨ ਹੋ ਰਹੇ ਨੇ, ਗੁਰੂ ਘਰ ਦਾ ਪੈਸਾ ਜਿਹੜਾ ਤੁਸੀਂ ਦੇਖਿਓ 2-4 ਦਿਨ ਲੰਘਣ ਦਿਓ, ਇਹ ਸਾਰੇ ਅੰਦਰੋਂ ਪੋਤੜੇ ਫਲੋਣਗੇ ਜੀ ਕਿ ਕਿੰਨਾ ਪੈਸਾ ਇਹਨਾਂ ਨੇ, ਇਹ ਬਾਦਲਾਂ ਨੇ ਖਾਧਾ ਜੀ, ਕਿੰਨਾ ਪੈਸਾ SGPC ਦਾ ਦੀ ਦੁਰਵਰਤੋਂ ਕੀਤੀ ਹੈ, ਸੰਗਤ ਦਾ ਪੈਸਾ ਤੇ ਖਾਂਦਾ ਕੋਈ ਹੋਰ ਰਿਹਾ ਜੀ। ਸੋ ਇਹ ਜਿਹੜੀ ਬੀਬੀ ਦੀ ਗੱਲ ਨਾਲ ਮੈਂ ਸਹਿਮਤ ਹਾਂ ਇਸ ਗੱਲ ਨਾਲ ਕਿ ਬਿਲਕੁਲ ਲਿਫਾਫੇ 'ਚੋਂ ਨਿਕਲਦੇ ਰਹੇ ਆ, ਔਰ ਬੀਬੀ ਜੀ ਇਸ ਗੱਲ ਦਾ ਖੁਦ ਸਬੂਤ ਨੇ ਜੀ। ਸੋ ਦੱਸਦੇ ਕਿ ਬੀਬੀ ਜਗੀਰ ਕੌਰ ਦਾ ਮੁੱਦਾ ਕਾਫੀ ਗਰਮਾਉਂਦਾ ਜਾ ਰਿਹਾ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਇਸ ਤੇ ਤੰਜ ਕੱਸੇ ਜਾ ਰਹੇ ਨੇ ਅਤੇ ਆਪੋ ਆਪਣੇ ਬਿਆਨ ਦਿੱਤੇ ਜਾ ਰਹੇ ਨੇ। ਨਾਭਾ ਤੋਂ ਗੁਰਤੇਜ ਥੂਹੀ ਦੀ ਰਿਪੋਰਟ, D5 ਚੈਨਲ ਪੰਜਾਬੀ। ਗੱਲ ਕਰਾਂਗੇ ਫਿਰੋਜ਼ਪੁਰ ਦੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆਈ ਹੈ। ਇੱਥੇ ਤਲਾਸ਼ੀ ਦੇ ਦੌਰਾਨ ਮੁੜ ਤੋਂ ਕੈਦੀਆਂ ਦੇ ਕੋਲ ਮੋਬਾਈਲ ਫੋਨ ਬਰਾਮਦ ਕੀਤੇ ਗਏ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਜੇਲ੍ਹਾਂ ਸੁਰਖੀਆਂ 'ਚ ਨੇ ਤੇ ਹੁਣ ਇੱਕ ਵਾਰ ਫਿਰ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਚਰਚਾ 'ਚ ਹੈ। ਜੇਲ੍ਹ 'ਚ ਬੰਦ ਕੈਦੀਆਂ ਹਵਾਲਾਤੀਆਂ ਤੋਂ ਤਲਾਸ਼ੀ ਦੇ ਦੌਰਾਨ 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਕੈਦੀ ਅਤੇ ਇੱਕ ਹਵਾਲਾਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। FIR ਨੰਬਰ 428 ਅਧੀਨ ਧਾਰਾ 52A ਹੈ, ਪ੍ਰਿਜ਼ਨ ਐਕਟ ਅਸੀਂ ਰਜਿਸਟਰ ਕੀਤਾ ਹੈ। ਇਹ 2 ਵਿਅਕਤੀਆਂ ਦੇ ਵਿਰੁੱਧ ਕੀਤੀ ਹੈ। ਇੱਕ ਕੈਦੀ ਹੈ ਮਾਨਕ ਸਿੰਘ ਹੈ, ਇੱਕ ਹੈ ਹਵਾਲਾਤੀ ਰੋਹਿਤ। ਇਹਨਾਂ ਦੋਨਾਂ ਤੋਂ ਇੱਕ ਮੋਬਾਈਲ ਜੇਲ੍ਹ 'ਚ ਜਦ ਸਰਚ ਕੀਤੀ ਗਈ, ਉਹ ਜੇਲ੍ਹ ਵਿਭਾਗ ਵੱਲੋਂ ਹੀ ਉਹਨਾਂ ਨੂੰ ਮੋਬਾਈਲ ਇੱਕ ਜਿਹੜਾ ਕੀਪੈਡ ਵਾਲਾ ਮੋਬਾਈਲ ਮਿਲਿਆ ਤੇ ਇੱਕ ਲਵਾਰਿਸ ਮੋਬਾਈਲ ਮਿਲਿਆ। ਟੋਟਲ 3 ਮੋਬਾਈਲਸ ਮਿਲੇ ਸੀਗੇ, ਜਿਨ੍ਹਾਂ ਸੰਬੰਧੀ ਫਿਰ ਅਸੀਂ ਕੇਸ ਦਰਜ ਕਰਤਾ ਹੈ। ਇਹਨਾਂ ਮੋਬਾਈਲਾਂ ਦੀ ਫਰਦਰ ਫੋਰੈਂਸਿਕ ਤੇ ਟੈਕਨੀਕਲ ਕਰ ਰਹੇ ਇਨਵੈਸਟੀਗੇਸ਼ਨ, ਤੇ ਜਿਵੇਂ ਹੀ ਅੱਗੇ ਹੋਏਗਾ ਤੇ ਫੋਲੋਅਪ ਦਿੱਤਾ ਜਾਏਗਾ ਤੁਹਾਨੂੰ। ਕਿਹੜੇ ਪਰਚੇ ਦਰਜ ਕੀਤੇ ਗਏ ਇਹਨਾਂ ਤੇ ਜੀ 428 ਨੰਬਰ, ਜਿਵੇਂ ਮੈਂ ਦੱਸਿਆ 428 ਨੰਬਰ FIR ਹੈ ਸਾਡੀ ਕੱਲ੍ਹ ਦੀ 2/11 ਦੀ, ਤੇ 52A ਪ੍ਰਿਜ਼ਨ ਐਕਟ ਦੀ ਧਾਰਾ ਹੈ, ਉਹਦੇ ਅਧੀਨ ਕੀਤਾ। ਹੋਰ ਵੀ ਕਾਰਵਾਈ ਕੀਤੀ ਜਾ ਰਹੀ ਜੀ। ਇਹਦੇ ਵਿੱਚ ਅਸੀਂ ਮੋਬਾਈਲਸ ਦੀ ਜਿਹੜੇ ਮਿਲੇ ਨੇ, ਹੁਣ ਉਹਨਾਂ ਦੀ ਫੋਰੈਂਸਿਕ ਜਾਂਚ ਤੇ ਉਹਨਾਂ ਦਾ ਸਾਰਾ ਡਿਟੇਲ ਟੈਕਨੀਕਲ ਵਿਭਾਗ ਦੀ ਹੈਲਪ ਨਾਲ ਲਵਾਂਗੇ। ਤੋਂ ਆਪਾਂ ਇਹ ਪਤਾ ਕਰਾਂਗੇ ਕਿ ਇਹ ਮੋਬਾਈਲ ਕਿਵੇਂ ਅੰਦਰ ਆਏ, ਇਹ ਪਹਿਲੇ ਕੌਣ ਯੂਜ਼ ਕਰਦਾ ਸੀ, ਇਹਨਾਂ ਦੀ ਓਨਰਸ਼ਿਪ, ਜਿਹੜੇ ਸਿਮ ਮਿਲਿਆ ਉਹ ਕਿਹਦੇ ਨਾਂ ਤੇ ਸੀ, ਉਹ ਸਾਰੀ ਡਿਟੇਲ ਲੈ ਕੇ ਜੀ ਫਰਦਰ ਡੀਪ ਇਨਵੈਸਟੀਗੇਸ਼ਨ ਕੀਤੀ ਜਾਏਗੀ। ਦੱਸਦੇ ਕਿ ਪੰਜਾਬ ਦੀਆਂ ਜੇਲ੍ਹਾਂ 'ਚੋਂ ਲਗਾਤਾਰ ਮੋਬਾਈਲ ਫੋਨ ਬਰਾਮਦ ਹੋ ਰਹੇ ਨੇ। ਖਾਸ ਕਰ ਫਰੀਦਕੋਟ ਦੀ ਜੇਲ੍ਹ ਕਾਫੀ ਚਰਚਾ 'ਚ ਹੈ ਤੇ ਹੁਣ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚੋਂ ਵੀ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਤੋਂ ਮੋਬਾਈਲ ਫੋਨ ਬਰਾਮਦ ਕੀਤੇ ਨੇ, ਪਰ ਵੱਡਾ ਸਵਾਲ ਇਹ ਹੈ ਕਿ ਸਖਤ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਕੈਦੀਆਂ ਤੱਕ ਮੋਬਾਈਲ ਪਹੁੰਚੇ ਕਿਵੇਂ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ, D5 ਚੈਨਲ ਪੰਜਾਬੀ। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲ ਕਰਾਂਗੇ ਫਰੀਦਕੋਟ ਦੀ। ਫਰੀਦਕੋਟ ਦੇ ਵਿੱਚ ਨੋਡਲ ਅਫਸਰ ਨੂੰ ਕਿਸਾਨਾਂ ਦੇ ਵੱਲੋਂ ਬੰਦੀ ਬਣਾ ਲਿਆ ਗਿਆ, ਕਿਉਂਕਿ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ, ਕਿਉਂਕਿ ਜਿਹੜੇ ਕਿਸਾਨ ਪਰਾਲੀ ਸਾੜਦੇ ਨੇ ਤਾਂ ਉਹਨਾਂ ਨੂੰ ਰੈੱਡ ਐਂਟਰੀਆਂ ਅਤੇ ਉਹਨਾਂ ਦੇ ਖਿਲਾਫ ਜਿਹੜੇ ਕਿ ਮਾਮਲੇ ਦਰਜ ਹੋਣਗੇ, ਜਿਸ ਨੂੰ ਲੈ ਕੇ ਇਹ ਨੋਡਲ ਅਫਸਰ ਕਾਰਵਾਈ ਕਰਨਗੇ ਤਾਂ ਉੱਥੇ ਕਿਸਾਨਾਂ ਦੇ ਵੱਲੋਂ ਇਹਨਾਂ ਨੂੰ ਬੰਦਕ ਬਣਾ ਲਿਆ ਗਿਆ। ਫਰੀਦਕੋਟ ਦੇ ਪਿੰਡ ਜਿਉਣਵਾਲਾ ਦੇ ਕਿਸਾਨਾਂ ਵੱਲੋਂ ਪਰਾਲੀ ਸਾੜ ਨੂੰ ਲੈ ਕੇ ਟਰੇਸ ਕਰਨਗੇ ਨੋਡਲ ਅਫਸਰ ਅਤੇ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਕਿਸਾਨਾਂ ਵੱਲੋਂ ਘੇਰਾ ਪਾ ਲਿਆ ਅਤੇ ਖੇਤ ਅੰਦਰ ਹੀ ਉਹਨਾਂ ਅਧਿਕਾਰੀਆਂ ਨੂੰ ਬੰਦਕ ਬਣਾ ਲਿਆ, ਜਿੱਥੇ ਹਲੇ ਵੀ ਨੋਡਲ ਅਫਸਰ ਪਟਵਾਰੀ ਸੁਖਦੀਪ ਸਿੰਘ ਅਤੇ ਪਟਵਾਰੀ ਗੁਰਲਾਲ ਸਿੰਘ ਨੂੰ ਪਿਛਲੇ 24 ਘੰਟਿਆਂ ਤੋਂ ਬੰਦਕ ਬਣਾਇਆ ਹੋਇਆ। ਕਿਸਾਨਾਂ ਦੀ ਮੰਗ ਹੈ ਕਿ ਜਦੋਂ ਤੱਕ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਭਰੋਸਾ ਨਹੀਂ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਨਹੀਂ ਹੋਵੇਗੀ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਨਹੀਂ ਕੱਟੇ ਜਾਣਗੇ, ਤਦ ਤੱਕ ਇਹ ਅਧਿਕਾਰੀ ਇੱਥੇ ਹੀ ਰਹਿਣਗੇ। ਪਹਿਲੀ ਗੱਲ ਤਾਂ ਜੋ ਆਪਣਾ ਮੀਡੀਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੈ, ਜੋ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਂਦਾ ਹੈ। ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ। ਇਹ ਸਾਡੇ ਕੱਲ੍ਹ 8 ਵਜੇ ਦਾ ਜੋ ਕੰਮ ਚੱਲ ਰਿਹਾ, ਪਟਵਾਰੀ ਸਾਹਿਬ ਆਏ ਸੀ, ਉਹਨਾਂ ਨੂੰ ਅਸੀਂ ਇੱਥੇ ਭਾਲਿਆ। ਉਸ ਤੋਂ ਬਾਅਦ ਜੋ ਪ੍ਰਸ਼ਾਸਨ ਆਇਆ, ਉਹ ਪ੍ਰਸ਼ਾਸਨ ਨਾਲ ਸਾਡੀ 2 ਵਾਰੀ ਸਹਿਮਤੀ ਬਣ ਰਹੀ ਸੀ। ਉਹ ਪ੍ਰਸ਼ਾਸਨ ਹੀ ਆਸ ਹੋਈ ਦੀ ਕੋਈ ਖੇਬੜ ਪਿਆਸ ਹੋਈ ਦੀ, ਮੈਂ ਐ ਨਹੀਂ ਕਰਨਾ, ਮੈਂ ਐ ਨਹੀਂ ਕਰਨਾ।
ਇਹ ਤੋਂ ਕਿਸਾਨਾਂ ਵੱਲੋਂ ਕੋਈ ਇਹ ਜਿਹੀ ਆਈ ਨਹੀਂ ਸੀ। ਜੋ ਕਿਸਾਨਾਂ ਦੀ ਮੰਗ ਸੀ ਉਹਨਾਂ ਦਾ ਸਾਡੀ ਮੰਗ ਸੀ ਵੀ ਜਿਹੜਾ ਖੇਤੀਬਾੜੀ ਅਧਿਕਾਰੀ ਹੈ ਨਿਊਟਰਲ ਅਫਸਰ ਲੱਗਾ ਵਾ ਉਹ ਜਿਹੜਾ ਇੱਥੇ ਆ ਜੇ ਉਹਦੇ ਅਸੀਂ ਸਹਿਮਤੀ ਲੈਣੀ ਨਾਲ ਅਤੇ ਜੇ ਤਹਿਸੀਲਦਾਰ ਸਾਹਿਬ ਉਹ ਸਾਨੂੰ ਲਿਖਤੀ ਰੂਪ 'ਚ ਦੇ ਦੇ ਵੀ ਜਿਹੜਾ ਅੱਗ ਲੱਗੀ ਹੈ ਉਹਦੇ 'ਤੇ ਕੋਈ ਪਰਚਾ ਨਹੀਂ ਬਣਾਉਂਦੇ ਅਸੀਂ। ਸਾਡੀ ਕਿਸਾਨਾਂ ਜੋ ਮੰਗ ਸੀ ਨਾ ਅਸੀਂ ਉਸ ਤੋਂ ਵੱਧ ਆ ਜਿੰਨੀ ਕੱਲ੍ਹ ਦੀ ਮੰਗ ਉਹੀ ਅੱਜ ਮੰਗ ਆ ਸਾਡੀ। ਕੋਈ ਵੀ ਅਧਿਕਾਰੀ ਆ ਕੇ ਸਾਨੂੰ ਭਰੋਸਾ ਦੇਵੇ ਅਤੇ ਲਿਖਤੀ ਰੂਪ ਦੇਵੇ ਅਸੀਂ ਧਰਨਾ ਉਦੋਂ ਸਮਾਪਤ ਕਰਾਂਗੇ। ਹਾਲਾਂਕਿ ਬੀਤੇ ਦਿਨੀ ਨਾਇਬ ਤਹਿਸੀਲਦਾਰ ਅਤੇ ਐਸਡੀਐਮ ਕੋਟਕਪੂਰਾ ਵੱਲੋਂ ਮੌਕੇ ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਕਿਸਾਨਾਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਦੇਖੋ ਜੀ, ਰਾਤ ਜੋ ਸਾਰਾ ਪ੍ਰਸ਼ਾਸਨ ਤੇ ਉੱਚ ਅਧਿਕਾਰੀ ਆਏ ਸੀਗੇ, ਇਹਨਾਂ ਨੇ ਆਪਣੀ ਜਿਹੜੀ ਮੰਗ ਹੈ ਉਹਨਾਂ ਦੇ ਸਾਹਮਣੇ ਰੱਖੀ ਸੀਗੀ। ਉਸ ਮੰਗ ਬਾਰੇ ਪੂਰੀ ਤਰ੍ਹਾਂ ਤਾਂ ਅਸੀਂ ਕਨਫਰਮ ਨਹੀਂ ਹੈਗੇ ਕਿ ਇਹਨਾਂ ਨੇ ਪੂਰੀ ਜਿਹੜੀ ਆਪਣੀ ਮੰਗ ਕੀ ਰੱਖੀ ਸੀ, ਤੇ ਪਰ ਫਿਲਹਾਲ ਜੋ ਹੈ ਰਾਤ ਜੋ ਹੈ ਪ੍ਰਸ਼ਾਸਨ ਜਾਂ ਸਾਡੇ ਉੱਚ ਅਧਿਕਾਰੀ ਇੱਥੋਂ ਚਲੇ ਗਏ ਸੀਗੇ, ਤੇ ਫਿਰ ਅਸੀਂ ਰਾਤ ਵੀ ਹੁਣ ਇੱਥੇ ਕੱਟੀ ਹੈ ਤੇ ਸਵੇਰ ਦੇ ਵੀ ਅਸੀਂ ਹੁਣ ਇੱਥੇ ਹੀ ਹਾਂ। ਤੇ ਫਿਲਹਾਲ ਤਾਂ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਆਇਆ ਨਹੀਂ ਤੇ ਨਾ ਹੀ ਇਹਨਾਂ ਦੀ ਮੰਗ ਪੂਰੀ ਕਰਨ ਸੰਬੰਧੀ ਕੋਈ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ। ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੋ ਰਹੇ ਸੀ, ਜਿਵੇਂ ਨਾਇਬ ਤਹਿਸੀਲਦਾਰ ਜਾਂ ਐਸਡੀਐਮ ਮੈਡਮ ਆਏ ਸੀਗੇ, ਉਹਨਾਂ ਵੱਲੋਂ ਆਸ਼ਵਾਸਨ ਕੱਲ੍ਹ ਦਿੱਤਾ ਗਿਆ ਸੀ, ਪਰ ਉਸ ਤੋਂ ਬਾਵਜੂਦ ਵੀ ਜਿਹੜੇ ਕਿਸਾਨਾਂ ਵੱਲੋਂ ਹਾਮੀ ਨਹੀਂ ਭਰੀ ਗਈ। ਹਾਂਜੀ, ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜੋ ਮਤਲਬ ਲੋਕੇਸ਼ਨ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ, ਪਰ ਇਹਨਾਂ ਦੀਆਂ ਕੁਝ ਹੋਰ ਮੰਗਾਂ ਸੀਗੀਆਂ ਜਿਹਦੇ ਕਰਕੇ ਆਪਸੀ ਸਹਿਮਤੀ ਜਿਹੜੀ ਸੀ ਦੋ ਧਿਰਾਂ ਦੇ ਵਿੱਚ ਨਹੀਂ ਬਣ ਪਾਈ ਗਈ। ਕੋਈ ਦੱਸ ਸਕਦੇ ਹੋ ਕਿ ਇਹਨਾਂ ਨੇ ਕੀ ਮੰਗ ਕੀਤੀ ਕੀਤੀ ਜਿਸ ਨੂੰ ਹਜੇ ਤੱਕ ਜਿਹੜਾ ਮੰਨਣ ਦੇ ਪ੍ਰਸ਼ਾਸਨ ਨਹੀਂ, ਇਸ ਤਰ੍ਹਾਂ ਦੀ ਕੋਈ ਕਨਫਰਮ ਮੰਗ ਮੈਨੂੰ ਪਤਾ ਨਹੀਂ ਜੀ। ਫਿਲਹਾਲ ਦੇਖਣਾ ਹੋਵੇਗਾ ਕਿ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨੂੰ ਮਨਾਉਣ ਦੇ ਵਿੱਚ ਕਦੋਂ ਤੱਕ ਕਾਮਯਾਬ ਹੁੰਦੇ ਨੇ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ D5 ਚੈਨਲ ਪੰਜਾਬੀ। ਖਬਰ ਫਰੀਦਕੋਟ ਤੋਂ ਕਿ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪਰਾਲੀ ਨਾ ਸਾੜਨ ਦੀ ਗੱਲ ਕਹੀ ਜਾ ਰਹੀ ਹੈ, ਇਸ ਦੇ ਚੱਲਦੇ ਵੀ ਦੇਖਿਆ ਜਾ ਰਿਹਾ ਹੈ ਕਿ ਵੱਡੀ ਪੱਧਰ ਦੇ ਉੱਤੇ ਪਰਾਲੀ ਉਹ ਸਾੜੀ ਜਾ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਫਰੀਦਕੋਟ ਦੀ ਤਾਂ ਫਰੀਦਕੋਟ ਦੇ ਵਿੱਚ ਵੀ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਪਰਾਲੀ ਸਾੜੀ ਗਈ। ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਪਰ ਇਸ ਦੇ ਬਾਵਜੂਦ ਕਿਸਾਨ ਪਰਾਲੀ ਸਾੜ ਰਹੇ ਨੇ। ਤਸਵੀਰਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਆਪਣੇ ਜੱਦੀ ਪਿੰਡ ਸੰਧਵਾਂ ਦੀਆਂ ਨੇ, ਜਿੱਥੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਹੈ। ਕਿਸਾਨਾਂ ਦਾ ਇਸ ਮਾਮਲੇ 'ਚ ਕੀ ਕਹਿਣਾ ਹੈ, ਤੁਸੀਂ ਉਹ ਵੀ ਸੁਣੋ। ਪਰਾਲੀ ਨੂੰ ਅਸੀਂ ਤਾਂ ਜੀ ਵੇਖੋ ਵੀ ਮਸ਼ੀਨਾਂ ਵਾਲਿਆਂ ਨੂੰ ਵੀ ਵਾਰ-ਵਾਰ ਗੱਠਾਂ ਵਾਲਿਆਂ ਨੂੰ 50 ਦੇ ਨੰਬਰ ਸਾਡੇ ਕੋਲੇ ਆ ਜੀ, ਲਾਈ ਜਾਂਦੇ ਵਾਰੀ ਨੂੰ, ਕਹਿੰਦੇ ਹੁਣ ਆਉਣੇ ਆ, ਹੁਣ ਉਹ ਕਹਿੰਦੇ ਵੀ ਅਸੀਂ ਚੱਕਣੋਂ ਹਟ ਗਏ ਆ। ਅਸੀਂ ਉਹਨਾਂ ਨੂੰ ਕਿਹਾ ਵੀ ਖਰਚਾ ਵੀ ਦਿੰਨੇ ਅਸੀਂ, ਫੇਰ ਵੀ ਚੱਕ ਲਵਾ ਕੇ, ਤੇ ਉਹ ਫੇਰ ਵੀ ਨਹੀਂ ਗੱਲ ਸੁਣਦੇ ਕੋਈ ਵੀ। ਹੁਣ ਸਾਰੇ ਇੱਥੇ ਅੱਗ ਲਾਈ ਜਾਂਦੇ ਜੀ, ਹੁਣ ਹੱਲ ਹੀ ਹੈ ਨਹੀਂ ਕੋਈ ਇਹਦਾ ਪਰਾਲੀ ਦਾ ਜੀ। ਤੇ ਹੁਣ ਤੁਸੀਂ ਦੱਸੋ ਵੀ ਅਸੀਂ ਕੀ ਕਰੀਏ ਹੋਰ ਜੀ। ਜਿੱਥੇ ਇੱਕ ਪਾਸੇ ਸਰਕਾਰ ਦਾ ਦਾਅਵਾ ਹੈ ਕਿ ਜਿਹੜੇ ਪਰਾਲੀ ਨੂੰ ਮਤਲਬ ਜਾਂ ਜਿਹੜੀ ਨਾੜ ਨੂੰ ਹੈ ਪੈਲੀ ਦੇ ਵਿੱਚ ਹੀ ਵਾਹ ਕੇ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ, ਪਰ ਪਰਾਲੀ ਨੂੰ ਪਹਿਲਾਂ ਸੰਭਾਲ ਕੇ ਜਿਹੜਾ ਉਹਦਾ ਕੁਝ ਬਚਾ ਕੀਤਾ ਜਾ ਸਕਦਾ। ਇੰਨੇ ਮਹਿੰਗੇ ਹੀ ਸੰਦ ਹੁਣ ਕਿਹੜਾ ਲਊਗਾ ਜੀ, ਤੇ ਨਾ ਹੀ ਤਾਂ ਆਪਣੇ ਤੋਂ ਪਰਾਲੀ ਦਾ ਕੋਈ ਹੱਲ ਹੀ ਹੈ ਨਹੀਂ ਅੱਗ ਤੋਂ ਬਿਨਾਂ ਕੋਈ ਵੀ। ਤੇ ਕਿਸਾਨ ਵੀ ਹੁਣ ਕੀ ਕਰੇ, ਅਸੀਂ ਤਾਂ ਮਸ਼ੀਨਾਂ ਵਾਲੇ ਦੇ ਨੰਬਰ ਵੀ ਦੇ ਸਕਦੇ ਹਾਂ ਜਿਨ੍ਹਾਂ ਨੂੰ ਫੋਨ ਲਾਈ ਜਾਂਦੇ ਆ, ਉਹ ਫੇਰ ਵੀ ਨਹੀਂ ਗੱਲ ਸੁਣ ਰਹੇਗੇ। ਤੇ ਇਸ ਤੋਂ ਉੱਪਰ ਕੋਈ ਹੱਲ ਨਹੀਂ ਪਰਾਲੀ ਦਾ। ਅਸੀਂ ਤਾਂ ਕਹਿੰਦੇ ਵੀ ਅੱਗ ਨਾ ਲੱਗੇ, ਵੀ ਸਰਕਾਰ ਕਰੇ ਹੱਲ ਕੋਈ ਇਹਦਾ। ਦੇਖੋ, ਪਹਿਲਾਂ ਵੀ ਸਰਕਾਰਾਂ ਰਹੀਆਂ, ਅਕਾਲੀਆਂ ਦੀਆਂ ਰਹੀਆਂ, ਕਾਂਗਰਸ ਦੀ ਸਰਕਾਰ ਰਹੀ ਹੈ, ਇਹ ਉਦੋਂ ਵੀ ਦਾਅਵੇ ਹੁੰਦੇ ਰਹੇ ਆ ਬਹੁਤ ਲੰਮੇ, ਕੋਈ ਅੱਜ ਦੀ ਗੱਲ ਨਹੀਂ। ਉਹਨਾਂ ਨੇ ਵੀ ਬਥੇਰੇ ਸੰਦ ਪੈੜੇ ਦਿੱਤੇ ਆ, ਬੜਾ ਪੈਸਾ ਦਿੱਤਾ ਗੱਲਾਂ ਬਾਤਾਂ 'ਚ। ਹੁਣ ਜਦੋਂ ਦੀ ਇਹ ਸਰਕਾਰ ਆਈ ਹੈ ਨਾ, ਕੁਝ ਵਾਅਦੇ ਕਰਕੇ ਸਰਕਾਰ ਆਈ ਸੀਗੀ ਵੀ ਪਹਿਲ ਦੇ ਆਧਾਰ 'ਤੇ ਅਸੀਂ ਕਿਸਾਨਾਂ ਦਾ ਮਸਲਾ ਹੱਲ ਕਰਾਂਗੇ, ਕੋਈ ਵੀ, ਭਾਵੇਂ ਉਹ ਪਰਾਲੀ ਦਾ ਮੁੱਦਾ ਹੋਵੇ, ਭਾਵੇਂ ਸਾਡੇ ਕੋਈ ਕਿਸੇ ਕਿਸਮ ਦੀ ਬੇਅਦਬੀ ਦਾ ਮੁੱਦਾ ਹੋਵੇ। ਹੁਣ ਜਿਹੜੀਆਂ ਇਹ ਚੀਜ਼ਾਂ ਇਹ ਸਾਡੀਆਂ ਉੱਥੇ ਉਵੇਂ ਦੀਆਂ ਉਵੇਂ ਹੀ ਖੜੀਆਂ। ਫਿਰ ਇਹਨਾਂ ਨੇ ਇੱਕ ਪਾਲਿਸੀ ਬਣਾਈ ਸੀ ਵੀ ਅਸੀਂ ਕਿਸਾਨਾਂ ਨੂੰ 2500 ਰੁਪਇਆ ਪ੍ਰਤੀ ਏਕੜ ਅਸੀਂ ਦੇਵਾਂਗੇ। ਉਹਦੇ 'ਚ ਇਹਨਾਂ ਨੇ ਇੱਕ ਸਕੀਮ ਤਿਆਰ ਕੀਤੀ ਸੀ ਸੈਂਟਰ ਸਰਕਾਰ ਨਾਲ ਰਲ ਕੇ, 1500 ਦੇਵੇ ਸੈਂਟਰ ਸਰਕਾਰ, 500 ਅਸੀਂ ਦੇਵਾਂਗੇ ਤੇ 500 ਦੇਣਗੇ ਦਿੱਲੀ ਵਾਲੇ। ਸੈਂਟਰ ਸਰਕਾਰ ਨੇ ਹੱਥ ਖਿੱਚ ਲਏ। ਇਹਨਾਂ ਕੋਲੇ ਇੰਨਾ ਜੋਗਾ ਹੈ ਨਹੀਂ ਸੀ ਦੇਣ ਨੂੰ, ਕਿਉਂਕਿ ਬਜਟ ਆਪਾਂ ਨੂੰ ਪਹਿਲਾਂ ਹੀ ਪਤਾ ਵੀ ਪੰਜਾਬ ਦੇ ਆਪਣੇ ਕੀ ਹਾਲਾਤ ਹੈ। ਫਿਰ ਆ ਗਈ ਸੀ ਸੰਦਾਂ ਦੀ ਗੱਲ ਵੀ ਸੰਦ ਅਸੀਂ ਤੁਹਾਨੂੰ 1,20,000 ਕੇ ਸਮਥਿੰਗ ਕਿੰਨੀਆਂ ਮਸ਼ੀਨਾਂ ਅਸੀਂ ਦੇਵਾਂਗੇ, ਉਹ ਦੇਵਾਂਗੇ। ਇਹ ਸਿਰਫ ਗੱਲਾਂ ਬਾਤਾਂ 'ਚ ਇਹਨਾਂ ਨੇ ਸਾਰਾ ਕੁਝ ਦੇਤਾ। ਹੋ ਸਕਦਾ ਕਿਤੇ ਦਿੱਤੀ ਵੀ ਹੋਵੇ, ਪਰ ਸਾਡੇ ਨਿਗਾਹ 'ਚ ਤਾਂ ਕੁਛ ਲੱਗਦਾ ਨਹੀਂ, ਕਿਉਂਕਿ ਜੇ ਉਹ ਇੰਨੀਆਂ ਮਸ਼ੀਨਾਂ ਆਈਆਂ ਹੁੰਦੀਆਂ ਤਾਂ ਕਿਸਾਨਾਂ ਦੀ ਇਹ ਜਿਹੜੀ ਮਾੜੀ ਹਾਲਤ ਨਹੀਂ ਸੀ ਹੋਣੀ। ਉਹਦਾ ਕਾਰਨ ਕੀ ਬਣ ਗਿਆ ਵੀ ਹੁਣ ਨਾ ਤਾਂ ਕੋਈ ਗੱਠ ਬਣਾਉਂਦਾ ਹੈ, ਨਾ ਕੋਈ ਇਹਨੂੰ ਪਰਾਲੀ ਨੂੰ ਚੱਕਦਾ ਹੈ, ਨਾ ਕੋਈ ਸਾਂਭਦਾ ਹੈ। ਤੇ ਕਿਸਾਨ ਕਰੂ ਕੀ? ਟਰੈਕਟਰ ਕਿਸਾਨ ਕੋਲੇ ਕੋਈ 25 ਹਾਰਸ ਪਾਵਰ ਦਾ, ਕਿਸੇ ਕੋਲੇ 30 ਹਾਰਸ ਪਾਵਰ ਦਾ ਹੈ, ਉਹ ਨਾ ਸੰਦ ਖਿੱਚਦਾ ਨਾ ਕੁਛ ਕਰਦਾ ਹੈ। ਹੁਣ ਤੁਸੀਂ ਦੱਸ ਦਿਓ 5-7 ਕਿੱਲੇ ਵਾਲਾ ਕਿਸਾਨ ਕਰ ਵੀ ਕੀ ਸਕਦਾ? ਕਿਸਾਨ ਦੀ ਇੱਕ ਮਜਬੂਰੀ ਬਣ ਗਈ, ਉਹਦਾ ਜੀਅ ਨਹੀਂ ਕਰਦਾ, ਨਾ ਹੀ ਕੋਈ ਉਹਦਾ ਸ਼ੌਂਕ ਹੈ। ਅਖੀਰੀ ਕੀ ਹੈ ਵੀ ਉਹ ਬੰਦਾ ਤੀਲੀ ਲਾ ਕੇ ਤੇ ਉਹਦਾ ਮਸਲਾ ਹੱਲ ਕਰ ਲੈਂਦਾ ਤੇ ਕਣਕ ਬੀਜ ਲੈਂਦਾ। ਜੇ ਹੁਣ ਆਪਾਂ ਇਹਨਾਂ ਦੇ ਦਾਅਵਿਆਂ ਦੀ ਗੱਲ ਕਰ ਲਈਏ ਨਾ, ਹੁਣ ਕਿਸਾਨ ਨੇ 10 ਕੁ ਦਿਨ ਮੇਰਾ ਖਿਆਲ ਸਮਥਿੰਗ ਆਪਣੇ ਕਣਕ ਬੀਜਣ ਦਾ ਜਿਹੜਾ ਸੀਜ਼ਨ ਹੈ, ਜੇ ਹੁਣ ਇਹਨਾਂ ਮਗਰ ਲੋਕ ਤੁਰੇ ਫਿਰਨਗੇ
ਤੇ ਉਹ 10-15 ਦਿਨ ਇਹ ਨਿਘਾ ਦੇਣਗੇ। ਜੇ ਕਿਸੇ ਦੀ ਰੌਣੀ ਕੀਤੀ ਹੈ ਰੌਣੀ ਚੜ੍ਹ ਜੂਗੀ, ਉਹ ਕਣਕ ਕਿੱਥੋਂ ਬੀਜ ਲੂਗਾ। ਇਸ ਕਰਕੇ ਕਿਸਾਨ ਦੀਆਂ ਮਜਬੂਰੀਆਂ ਹੈ, ਕੋਈ ਉਹਦਾ ਸ਼ੌਂਕ ਨਹੀਂ। ਸਭ ਤੋਂ ਪਹਿਲਾਂ ਕਿਸਾਨ ਆਪ ਵਿੱਚ ਆਉਂਦਾ। ਦੱਸ ਦੇਈਏ ਕਿ ਸਰਕਾਰ ਨੇ ਬੀਤੇ ਦਿਨੀ ਐਲਾਨ ਕੀਤਾ ਸੀ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਉਹਨਾਂ ਪੰਚਾਇਤਾਂ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਪਰ ਜੇਕਰ ਕਿਸਾਨਾਂ ਦੀ ਗੱਲ ਤੇ ਗੌਰ ਕੀਤਾ ਜਾਵੇ ਤਾਂ ਉਹ ਵੀ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦਿਆਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਨੇ। ਫਰੀਦਕੋਟ ਤੋਂ ਗੁਰਜੀਤ ਸਿੰਘ ਰੋਮਾਣਾ ਦੀ ਰਿਪੋਰਟ D5 ਚੈਨਲ ਪੰਜਾਬੀ। ਖਬਰ ਖੇਡ ਜਗਤ ਨਾਲ ਜੁੜੀ ਹੋਈ ਹੈ ਕਿ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਨੇ ਉਮੀਦ ਜਤਾਈ ਹੈ ਕਿ T20 ਵਰਲਡ ਕੱਪ ਦੇ ਵਿੱਚ 2 ਟੀਮਾਂ ਦੇ ਵਿਚਕਾਰ ਫਾਈਨਲ ਮੈਚ ਹੋਵੇਗਾ। ਦੇਖੋ ਇਹ ਖਾਸ ਰਿਪੋਰਟ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਨੇ ਉਮੀਦ ਜਤਾਈ ਹੈ ਕਿ ਭਾਰਤ T20 ਵਿਸ਼ਵ ਕੱਪ 2022 ਦੇ ਫਾਈਨਲ ਦੇ ਵਿੱਚ ਪਿਛਲੇ ਚੈਂਪੀਅਨ ਆਸਟ੍ਰੇਲੀਆ ਨਾਲ ਮੈਲਬੌਰਨ ਕ੍ਰਿਕਟ ਮੈਦਾਨ ਤੇ ਭਿੜੇਗਾ। 13 ਨਵੰਬਰ ਦਿਨ ਐਤਵਾਰ ਨੂੰ ਖੇਡੇ ਜਾਣ ਵਾਲੇ ਇਸ ਮੈਚ ਨੂੰ 9 ਦਿਨ ਬਾਕੀ ਨੇ। ਸੁਪਰ 12 ਪੜਾਅ ਖਤਮ ਹੋਣ ਦੇ ਨਾਲ ਆਸਟ੍ਰੇਲੀਆ ਅਜੇ ਵੀ ਆਪਣੀ ਕਿਸਮਤ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਕਿ ਭਾਰਤ ਨੂੰ ਟੂਰਨਾਮੈਂਟ ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾਉਣ ਦਾ ਭਰੋਸਾ। ਆਸਟ੍ਰੇਲੀਆ ਦੀ ਕਿਸਮਤ ਉਹਨਾਂ ਦੇ ਹੱਥਾਂ ਦੇ ਵਿੱਚ ਹੈ। ਉਹਨਾਂ ਅਫਗਾਨਿਸਤਾਨ ਦੇ ਖਿਲਾਫ ਸਿਰਫ ਜਿੱਤਣਾ ਹੀ ਨਹੀਂ ਸਗੋਂ ਵੱਡੀ ਜਿੱਤ ਵੀ ਹਾਸਲ ਕਰਨੀ ਹੋਵੇਗੀ। ਪੌਂਟਿੰਗ ਨੇ ICC ਦੇ ਕਾਲਮ ਦੇ ਵਿੱਚ ਲਿਖਿਆ ਕਿ ਇਮਾਨਦਾਰੀ ਨਾਲ ਕੌਣ ਜਾਣਦਾ ਕਿ ਮੈਲਬੌਰਨ ਦੇ ਵਿੱਚ ਫਾਈਨਲ ਕੌਣ ਖੇਡਣ ਜਾ ਰਿਹਾ ਹੈ। ਮੈਨੂੰ ਉਮੀਦ ਹੈ ਕਿ ਆਸਟ੍ਰੇਲੀਆ ਅੱਗੇ ਜਾਣ ਦਾ ਰਸਤਾ ਲੱਭ ਲਵੇਗਾ। ਦੱਖਣੀ ਅਫਰੀਕਾ ਹੀ ਅਜਿਹੀ ਟੀਮ ਹੈ ਜੋ ਹੁਣ ਤੱਕ ਸ਼ਾਨਦਾਰ ਦਿਖਾਈ ਦੇ ਰਹੀ ਹੈ। ਉਹ ਖਤਰਨਾਕ ਹੋਵੇਗੀ, ਪਰ ਮੈਂ ਕਹਾਂਗਾ ਕਿ ਜੋ ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਉਹੀ ਹੋਵੇਗਾ ਅਤੇ ਆਸਟ੍ਰੇਲੀਆ ਬਨਾਮ ਭਾਰਤ ਫਾਈਨਲ ਮੈਚ ਹੋਵੇਗਾ। ਪੌਂਟਿੰਗ ਨੇ ਬਤੌਰ ਖਿਡਾਰੀ 3 ਵਿਸ਼ਵ ਕੱਪ ਜਿੱਤੇ ਨੇ। ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਖਿਡਾਰੀ ਵੱਧ ਤੋਂ ਵੱਧ ਆਪਣੇ ਆਪ ਨੂੰ ਪ੍ਰਗਟਾਉਣ, ਨਹੀਂ ਤਾਂ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਪੈ ਸਕਦਾ ਹੈ। ਪੌਂਟਿੰਗ ਨੇ ਲਿਖਿਆ ਕਿ ਮੈਂ ਹਰ ਵੱਡੇ ਮੈਚ ਦੇ ਵਿੱਚ ਗਿਆ, ਖਾਸ ਤੌਰ ਤੇ ਜਦੋਂ ਮੈਂ ਆਸਟ੍ਰੇਲੀਆ ਦਾ ਕਪਤਾਨ ਸੀ। ਮੈਂ ਲੜਕਿਆਂ ਨੂੰ ਕਿਹਾ ਸੀ ਕਿ ਉਹ ਇਸ ਪਲ ਨੂੰ ਗਲੇ ਲਗਾਓ ਤੇ ਤੁਸੀਂ ਜਿੰਨਾ ਬਿਹਤਰ ਖੇਡੋਗੇ ਉਨਾ ਹੀ ਸਹੀ ਰਹੇਗਾ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਤੇ। ਐਜੀਪੀਸੀ ਪ੍ਰਧਾਨ ਲਈ ਉਮੀਦਵਾਰ ਦਾ ਐਲਾਨ। ਹਰਜਿੰਦਰ ਸਿੰਘ ਧਾਮੀ ਹੋਣਗੇ ਅਕਾਲੀ ਦਲ ਦੇ ਉਮੀਦਵਾਰ। ਬੀਬੀ ਜਗੀਰ ਕੌਰ ਨੇ ਚੁੱਕੇ ਸਨ ਸਵਾਲ। ਵਿਧਾਇਕ ਗੁਰਦੇਵ ਮਾਨ ਨੇ ਹਲਕੇ ਦਾ ਕੀਤਾ ਦੌਰਾ। ਬੀਬੀ ਜਗੀਰ ਕੌਰ ਨੂੰ ਲੈ ਕੇ ਦਿੱਤਾ ਬਿਆਨ। ਬੀਬੀ ਵੀ ਬਾਦਲਾਂ ਦੇ ਲਿਫਾਫੇ ਚੋਂ ਨਿਕਲ ਕੇ ਬਣੀ ਸੀ ਪ੍ਰਧਾਨ। ਮੁੜ ਸੁਰਖੀਆਂ ਚ ਆਈ ਕੇਂਦਰੀ ਜੇਲ੍ਹ ਫਿਰੋਜ਼ਪੁਰ। ਕੈਦੀ ਤੇ ਹਵਾਲਾਤੀ ਤੋਂ ਮੋਬਾਈਲ ਫੋਨ ਬਰਾਮਦ। ਜੇਲ੍ਹਾਂ ਵਿੱਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ। ਸਾਬਕਾ ਕਪਤਾਨ ਰਿੰਕੀ ਪੌਂਟਿੰਗ ਨੇ ਜਤਾਈ ਉਮੀਦ 2 ਟੀਮਾਂ ਵਿਚਾਲੇ ਹੋਵੇਗਾ T20 ਵਰਲਡ ਕੱਪ 2022 ਦਾ ਫਾਈਨਲ। ਆਸਟ੍ਰੇਲੀਆ ਨਾਲ ਮੈਲਬੌਰਨ ਕ੍ਰਿਕਟ ਮੈਦਾਨ ਤੇ ਭਿੜੇਗਾ। ਅੱਜ ਦੇ ਬੁਲਟਨ ਦੇ ਵਿੱਚ ਇੰਨਾ ਹੀ। ਕੱਲ ਫੇਰ ਹਾਜ਼ਰ ਹੋਵਾਂਗੇ ਲੈ ਕੇ ਨਵੀਆਂ ਤੇ ਤਾਜ਼ੀਆਂ ਖਬਰਾਂ। ਮੈਨੂੰ ਦਿਓ ਇਜਾਜ਼ਤ। ਧੰਨਵਾਦ।